नवीं एज ही लगते ने पंजाब दे ते सियासत जिहड़ी है बड़ी भख जाती है पंजाब दे विच। की लगदा है कारण की है? बेअदबियां दे मुद्दे दे कारण है जां विच कुछ होर भी गल्लां है? ਪਹਿਲਾਂ 10 ਸਾਲ ਅਕਾਲੀ ਗੌਰਮੈਂਟ ਜਿਹੜੀ ਬਾਦਲ ਸਰਕਾਰ ਰਹੀ ਹੈ ਉਹਦੇ ਦੌਰਾਨ ਹੀ 2015 ਚ ਬੇਅਦਬੀਆਂ ਦੇ ਕੇਸ ਸਾਹਮਣੇ ਆਏ। ਉਹਦੇ ਤੋਂ ਬਾਅਦ ਜਿਹੜੀ ਕੋਟਕਪੂਰਾ ਬਹਿਬਲ ਕਰਾਂ ਜਿਹੜੀ ਗੋਲੀकांड ਹੋਏ, ਮੁੱਦੇ ਹੀ ਕਾਂਗਰਸ ਸਰਕਾਰ ਦੇ ਇੱਕ ਡਰੱਗ ਦਾ ਹੀ, ਇੱਕ ਬੇਅਦਬੀਆਂ ਦਾ ਹੀ, ਫਿਰ ਇੱਕ ਕੇਬਲ ਮਾਫੀਆ ਦਾ, ਇੱਕ ਮਾਈਨਿੰਗ ਦਾ, ਇਸ ਤਰ੍ਹਾਂ ਹੀ। ਪਰ ਸਭ ਤੋਂ ਜਿਹੜਾ ਮੇਨ ਇਸ਼ੂ ਹੀ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ। ਕੋਈ ਸਭ ਤੋਂ ਜ਼ਿਆਦਾ ਸਿੱਖ ਜਿਹੜੇ ਆ ਪੰਜਾਬ 'ਚ ਰਹਿੰਦੇ ਆ, ਤੇ ਜੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਇੱਥੇ ਹੀ ਨਹੀਂ ਹੋ ਸਕਦਾ, ਫਿਰ ਦੁਨੀਆ 'ਚ ਆਪਾਂ ਹੋਰ ਕਿਤੇ ਆਸ ਨਹੀਂ ਕਰ ਸਕਦੇ। ਪਰਮਰਾਜ ਉਮਰਾ ਨੰਗਲ ਹੀ ਉਹ IG ਜਿਹੜਾ ਉਸ ਟਾਈਮ 'ਤੇ ਮੌਕੇ 'ਤੇ ਮੌਜੂਦ ਸੀ ਜਦੋਂ ਇਹ ਗੋਲੀकांड 2015 'ਚ ਹੋਏ ਆ, ਉਹ ਵੀ ਇਸ ਕੇਸ 'ਚ ਜੇਲ੍ਹ 'ਚ ਗਏ। ਉਹਨਾਂ ਨੂੰ ਅਰੈਸਟ ਕਰ ਲਿਆ, ਸਿੱਟ ਨੇ ਜੇਲ੍ਹ 'ਚ ਗਏ। ਉਹਨਾਂ ਦੀ ਜ਼ਮਾਨਤ ਹੋਈ, ਉਹ ਜਿਹੜੀ ਜ਼ਮਾਨਤ ਵੀ ਕਰਾ ਕੇ ਦਿੱਤੀ ਮਿਸਟਰ APS ਦਿਓਲ ਨੇ ਕਰਾ ਕੇ ਦਿੱਤੀ। ਹੁਣ ਇਹ ਗੱਲ ਸਮਝਣ ਵਾਲੀ ਥੋੜੀ ਜਿਹੀ ਹੈ ਕਿ AG ਸੁਮੇਧ ਸਿੰਘ ਸੈਣੀ ਦੇ ਕੇਸ ਲੜਦੇ ਰਹੇ ਨੇ। ਇਹ ਚੀਜ਼ਾਂ ਲੋਕਾਂ ਨੂੰ ਹਜ਼ਮ ਨਹੀਂ ਹੋ ਰਹੀਆਂ ਕਿਉਂਕਿ ਲੋਕਾਂ ਨੂੰ ਲੱਗਦਾ ਹੈ ਕਿ ਜਿਹੜਾ ਬੰਦਾ ਬਚਾਉਂਦਾ ਰਿਹਾ ਸੁਮੇਧ ਸਿੰਘ ਸੈਣੀ ਨੂੰ ਬੇਅਦਬੀਆਂ ਦੇ ਮਾਮਲੇ ਦੇ ਵਿੱਚ, ਉਹ ਬੰਦਾ ਕਿਸ ਤਰੀਕੇ ਦੇ ਨਾਲ ਪੰਜਾਬ ਨੂੰ ਇਨਸਾਫ ਦਿਵਾ ਸਕਦਾ। ਐਜ ਵਕੀਲ ਮਿਸਟਰ APS ਦਿਓਲ ਦੀ ਗੱਲ ਕਰੀਏ, ਉਹ ਸੈਣੀ ਦੇ ਵਕੀਲ ਹੀ, ਉਹਨਾਂ ਨੂੰ ਜੋ ਉਹ ਆਪਣੇ ਕਲਾਇੰਟ ਲਈ ਕਰ ਸਕਦੇ ਉਹਨਾਂ ਕੀਤਾ ਹੋਊਗਾ, ਠੀਕ ਹੈ। ਉਹਦੇ ਵਿੱਚ ਉਹਨਾਂ ਨੂੰ ਜਿੱਤ ਪ੍ਰਾਪਤ ਹੋਈ। ਕਿਵੇਂ ਹੋਈ ਹੈ? ਇਹ ਕਈ ਚੀਜ਼ਾਂ ਜਿਹੜੀਆਂ ਬੈਕਗਰਾਊਂਡ ਜਿਹੜੀਆਂ ਹੈਗੀਆਂ ਵਾ ਵੀ ਕਿਵੇਂ ਆਮ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ, ਤੇ ਕਿਵੇਂ ਜੱਜ ਜਿਹੜੇ ਆ ਉਹ ਬਲੈਂਕਟ ਬੇਲ ਦਿੰਦੇ ਆ, ਕਿਵੇਂ ਉਸੇ ਦਿਨ ਹੀ ਰਿਕੁਐਸਟ ਕਰਕੇ ਕੇਸ ਫਿਕਸ ਹੁੰਦੇ ਆ, ਉਸੇ ਦਿਨ ਹੀ ਸੁਣਵਾਈ ਹੁੰਦੀ ਆ। ਬੰਦਾ ਅਰੈਸਟ ਕੀਤਾ ਵਾ ਤੇ ਉਹਨੂੰ ਉਸੇ ਦਿਨ ਰਿਲੀਜ਼ ਕਰਾਉਂਦੇ ਆ। ਔਰ ਉਹਨਾਂ ਕੋਲੇ ਸਿਰਫ ਇੱਕ ਹੀ ਕੇਸ ਜਿਹਦੇ ਰਿਲੇਟਡ ਉਹ ਪਕੜੇ ਜਾਂਦੇ ਨੇ, ਉਹਦੇ ਤੇ ਇਨਵੈਸਟੀਗੇਸ਼ਨ ਹੋ ਸਕਦੀ, ਦੂਜੇ ਤੇ ਉਹ ਕੁਐਸਚਨ ਵੀ ਨਹੀਂ ਪੁੱਛ ਸਕਦੇ। ਕਿੱਡੀ ਹੈਰਾਨੀ ਦੀ ਗੱਲ ਹੈ ਵੀ ਤੁਸੀਂ ਇਹੋ ਜਿਹਾ ਇੱਕ ਆਰਡਰ ਆ ਜੇ ਹਾਈ ਕੋਰਟ ਤੋਂ ਵੀ ਤੁਸੀਂ ਉਹਨੂੰ 2022 ਇਲੈਕਸ਼ਨ ਤੱਕ ਉਹਨੂੰ ਪੁੱਛਗਿੱਛ ਨਹੀਂ ਕਰ ਸਕਦੇ। ਕਿੱਡੀ ਮਾੜੀ ਗੱਲ ਹੈ। ਤੁਸੀਂ ਇੱਕ ਕ੍ਰਿਮੀਨਲ ਬੰਦਾ ਵਾ, ਤੁਸੀਂ ਉਹਦਾ ਰਿਕਾਰਡ ਕੱਢ ਕੇ ਵੇਖੋ। ਉਹ ਹਾਈ ਕੋਰਟ ਦੇ ਜੱਜਾਂ ਨੂੰ ਡਰਾਉਂਦਾ, ਇਹ ਰਿਕਾਰਡ ਤੇ ਆ। ਉਹ ਹਾਈ ਕੋਰਟ ਦੇ ਜੱਜਾਂ ਨੂੰ ਬਰਾਈਬ ਕਰਦਾ, ਇਹ ਰਿਕਾਰਡ ਤੇ ਆ। ਉਹ ਜਿਹੜੇ ਜੱਜਾਂ ਦੇ ਫੋਨ ਟੇਪ ਕਰਦਾ। ਚੀਫ ਜਸਟਿਸ ਨੇ ਚਿੱਠੀ ਲਿਖੀ, ਮਿਸਟਰ TS ਠਾਕਰ ਚੀਫ ਜਸਟਿਸ ਸੀ, ਉਹਨਾਂ ਨੇ ਚਿੱਠੀ ਲਿਖੀ ਚੀਫ ਜਸਟਿਸ ਆਫ ਇੰਡੀਆ ਨੂੰ ਵੀ ਇਹ ਐਜ ਡਾਇਰੈਕਟਰ ਵਿਜੀਲੈਂਸ ਜਿਹੜਾ ਇਹ ਜੱਜਾਂ ਦੇ ਹਾਈ ਕੋਰਟ ਦੇ ਜੱਜਾਂ ਦੇ ਫੋਨ ਟੇਪ ਕਰਨ ਦੇ ਆ, ਇਹ ਕਿਵੇਂ ਕਰ ਸਕਦਾ? ਇਹਦੇ ਕੋਲ ਕੀ ਅਥਾਰਟੀ ਆ? ਉਸ ਬੰਦੇ ਨੂੰ ਤੁਸੀਂ ਜਿਹੜਾ ਵਾ ਬੈਨੀਫਿਟ ਦੇਂਦੇ ਜੇ। ਐਡਵੋਕੇਟ ਜਨਰਲ ਬਣਨਾ ਹੋਰ ਗੱਲ ਆ, ਪਰ ਇਹਨਾਂ ਕੇਸਾਂ 'ਚ ਸਿੱਧੀ ਉਹਨਾਂ ਦੀ ਕੋਈ ਸ਼ਮੂਲੀਅਤ ਮੈਨੂੰ ਲੱਗਦਾ ਵੀ ਉਹ ਇਹਨਾਂ ਦਾ ਆਪਣਾ ਕੈਰੀਅਰ ਖਤਮ ਕਰ ਦੂਗੀ। ਪੰਜਾਬ ਦੇ ਵਿੱਚ ਸਿਆਸਤ ਪੂਰੀ ਤਰ੍ਹਾਂ ਪੱਕੀ ਹੋਈ ਹੈ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫਾ ਦਵਾ ਦਿੱਤਾ ਜਾਂਦਾ ਹੈ ਜਾਂ ਲਿਆ ਜਾਂਦਾ ਹੈ। ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਅਨੁਸਾਰ ਸਾਰੇ ਕੰਮ ਹੋ ਰਹੇ ਸੀ, ਪਰੰਤੂ ਨਵਜੋਤ ਸਿੰਘ ਸਿੱਧੂ ਵੀ ਅਸਤੀਫਾ ਦੇ ਜਾਂਦੇ ਨੇ ਕਿ ਉਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਮੰਨੀਆਂ ਨਹੀਂ ਜਾ ਰਹੀਆਂ। ਉਹਦੇ ਵਿੱਚ ਮੇਨ ਸੀਗਾ DGP ਨੂੰ ਲਗਾਉਣਾ ਔਰ AG ਨੂੰ ਲਗਾਉਣਾ, ਜੋ ਕਿ ਉਹਨਾਂ ਦੇ ਹਿਸਾਬ ਦੇ ਅਨੁਸਾਰ ਨਹੀਂ ਲਗਾਏ ਗਏ। ਕਿਤੇ ਨਾ ਕਿਤੇ ਕੈਬਨਿਟ ਮੰਤਰੀ ਵੀ ਕੁਝ ਸੀਗੇ ਜਿਹੜੀ ਉਹਨਾਂ ਦੀ ਪਸੰਦੀਦਾ ਨਹੀਂ ਸੀਗੇ, ਜਿਹਦੇ ਵਿੱਚੋਂ ਇੱਕ ਦੋ ਨਾਮ ਜਿਹੜੇ ਚੁਣਿੰਦਾ ਨੇ ਔਰ ਸਾਰੇ ਹੀ ਉਹ ਜਾਣਦੇ ਨੇ। ਸੋ AG ਨੂੰ ਜਿਹੜਾ ਲਗਾਇਆ ਗਿਆ ਸੀ ਜਾਂ DGP ਨੂੰ ਜੋ ਲਗਾਇਆ ਗਿਆ ਸੀਗਾ, ਉਹਦੇ ਬਾਬਤ ਅਸੀਂ ਗੱਲ ਕਰਦੇ ਹਾਂ ਕਿ ਉਸ ਸੰਦਰਭ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਮੇਨ ਕੇਸ ਨੇ, ਬੇਅਦਬੀਆਂ ਦੇ ਕੇਸ ਨੇ ਜਾਂ ਅਸੀਂ ਕਹਿ ਲਈਏ ਨਸ਼ੇ ਦੇ ਕੇਸ ਨੇ, ਤਾਂ ਉਹਨਾਂ ਨੂੰ ਕਿਸ ਤਰੀਕੇ ਨਾਲ ਲੜਨਾ ਸੀਗਾ। ਔਰ ਪੰਜਾਬ ਸਰਕਾਰ ਨੇ AG ਲਗਾਇਆ ਹੋਇਆ ਹੈ ਅਮਰਦੀਪ ਸਿੰਘ ਦਿਓਲ ਨੂੰ। ਔਰ ਅਮਰਦੀਪ ਸਿੰਘ ਦਿਓਲ ਕਿਹੜੇ ਕੇਸ ਲੜਦੇ ਰਹੇ ਨੇ, ਉਸ ਹਿਸਾਬ ਬਾਬਤ ਅਸੀਂ ਗੱਲ ਕਰਦੇ ਹਾਂ। ਇੱਥੇ ਸਾਡੇ ਨਾਲ ਮੌਜੂਦ ਨੇ ਐਡਵੋਕੇਟ ਸਰਬਜੀਤ ਸਿੰਘ ਵੇਰਕਾ। ਸੋ ਜਾਣਦੇ ਹਾਂ ਅਸੀਂ ਨਵੇਂ AG ਦੇ ਬਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। KTV ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਤੇ ਸਭ ਤੋਂ ਪਹਿਲੀ ਗੱਲ ਇਹ ਹੈਗੀ ਹੈ ਕਿ ਨਵੇਂ AG ਲੱਗਦੇ ਨੇ ਪੰਜਾਬ ਦੇ ਤੇ ਸਿਆਸਤ ਜਿਹੜੀ ਹੈ ਬੜੀ ਭਖ ਜਾਂਦੀ ਹੈ ਪੰਜਾਬ ਦੇ ਵਿੱਚ। ਕੀ ਲੱਗਦਾ ਆ ਕਾਰਨ ਕੀ ਹੈ? ਬੇਅਦਬੀਆਂ ਦੇ ਮੁੱਦੇ ਦੇ ਕਾਰਨ ਹੈ ਜਾਂ ਵਿੱਚ ਕੁਝ ਹੋਰ ਵੀ ਗੱਲਾਂ ਹੈਗੀਆਂ? ਵੇਖੋ, ਆਪਾਂ ਪਹਿਲਾਂ 10 ਸਾਲ ਅਕਾਲੀ ਗੌਰਮੈਂਟ ਜਿਹੜੀ ਬਾਦਲ ਸਰਕਾਰ ਰਹੀ ਹੈ ਉਹਦੇ ਦੌਰਾਨ ਹੀ 2015 ਚ ਬੇਅਦਬੀਆਂ ਦੇ ਕੇਸ ਸਾਹਮਣੇ ਆਏ। ਉਹਦੇ ਤੋਂ ਬਾਅਦ ਜਿਹੜੀ ਕੋਟਕਪੂਰਾ ਬਹਿਬਲ ਕਰਾਂ ਜਿਹੜੀ ਗੋਲੀकांड ਹੋਏ, ਉਹਨਾਂ ਕੇਸਾਂ 'ਤੇ ਕਾਫੀ ਸਿੱਖ ਜਿਹੜੀ ਆਪਣੇ ਸਿੱਖਾਂ 'ਚ ਰੋਸ ਰਿਹਾ, ਤੇ 2 ਨੌਜਵਾਨ ਉੱਥੇ ਸ਼ਹੀਦ ਵੀ ਹੋਏ, ਕਈ ਕੇਸ ਪਏ। ਫਿਰ ਆਪਾਂ ਗੁਰਮਤਿ ਰਾਮ ਰਹੀਮ ਦੇ ਪਿੱਛੇ ਜਿਹੜੀ ਇਹਦੀ ਬੈਕਗਰਾਊਂਡ ਆ, ਗੁਰਮਤਿ ਰਾਮ ਰਹੀਮ ਦੀ ਮਾਫੀ ਵਾਲਾ ਜਿਹੜਾ ਵਾ ਉਹ ਸਾਰਾ ਐਪੀਸੋਡ ਆਉਂਦਾ ਵਾ। ਫਿਰ ਬੇਅਦਬੀਆਂ 'ਚ ਵੀ ਕਿਤੇ ਨਾ ਕਿਤੇ ਜਿਹੜੇ ਜਿਨ੍ਹਾਂ ਨੇ ਕੀਤੀਆਂ ਉਹਨਾਂ ਦਾ ਲਿੰਕ ਜਿਹੜਾ ਵਾ ਐਸਟੈਬਲਿਸ਼ ਹੋ ਚੁੱਕਾ ਵਾ, ਸਿੱਟ ਬਣੀਆਂ, ਉਹਦੇ 'ਚ ਐਸਟੈਬਲਿਸ਼ ਹੋ ਗਿਆ, ਐਵੀਡੈਂਸ ਮਿਲ ਗਿਆ, ਕਨਫੈਸ਼ਨ ਹੈ ਦੋਸ਼ੀਆਂ ਦੀ ਵੀ ਉਹ ਜਿਹੜਾ ਗੁਰਮਤਿ ਰਾਮ ਰਹੀਮ ਦੀ ਜਿਹੜੀ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਪੈਰੋਕਾਰ ਜਾਂ ਉਹਨਾਂ ਦੇ ਮੈਂਬਰ, ਤੇ ਜਿਹੜੀ ਈਵਨ ਕਿ ਗੁਰਮਤਿ ਰਾਮ ਰਹੀਮ ਜਿਹੜਾ ਵਾ
ਉੱਥੋਂ ਤੱਕ ਜਿਹੜਾ ਉਹ ਸਾਰੇ ਲਿੰਕ ਜਿਹੜੇ ਮਿਲ ਚੁੱਕੇ ਸੀ। ਜਿਹੜਾ ਅਕਾਲੀ ਗੌਰਮੈਂਟ ਵੇਲੇ ਫਿਰ ਕਾਂਗਰਸ ਸਰਕਾਰ ਆਈ, ਜਿਹੜੀ ਕਾਂਗਰਸ ਸਰਕਾਰ ਤਾਂ ਆਈ ਇਸੇ ਮੁੱਦੇ ਤੇ ਸੀ। ਇਸੇ ਮੁੱਦੇ ਤੇ ਆਈ। ਵੇਖੋ ਵੱਡੇ ਮੁੱਦੇ ਹੀ ਕਾਂਗਰਸ ਸਰਕਾਰ ਦੇ, ਇੱਕ ਡਰੱਗ ਦਾ ਹੀ, ਇੱਕ ਬੇਅਦਬੀਆਂ ਦਾ ਹੀ, ਫਿਰ ਇੱਕ ਕੇਬਲ ਮਾਫੀਆ ਦਾ, ਇੱਕ ਮਾਈਨਿੰਗ ਦਾ, ਇਸ ਤਰ੍ਹਾਂ ਹੀ। ਪਰ ਸਭ ਤੋਂ ਜਿਹੜਾ ਮੇਨ ਇਸ਼ੂ ਹੀ ਉਹ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ। ਕੋਈ ਸਭ ਤੋਂ ਜ਼ਿਆਦਾ ਸਿੱਖ ਜਿਹੜੇ ਆ ਪੰਜਾਬ 'ਚ ਰਹਿੰਦੇ ਆ, ਤੇ ਜੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਇੱਥੇ ਹੀ ਨਹੀਂ ਹੋ ਸਕਦਾ, ਫਿਰ ਦੁਨੀਆ 'ਚ ਆਪਾਂ ਹੋਰ ਕਿਤੇ ਆਸ ਨਹੀਂ ਕਰ ਸਕਦੇ। ਤੇ ਜੇ ਆਪਾਂ ਬੇਅਦਬੀ ਨੂੰ ਰੋਕ ਸਕਦੇ, ਕਿੰਨਾ ਕੁ ਆਪਾਂ ਧਿਆਨ ਰੱਖ ਸਕਦੇ, ਇਹ ਚੀਜ਼ ਵੱਖਰੀ ਹੈ। ਪਰ ਜਿਹੜਾ ਜਿਹਨੇ ਕੀਤੀ ਆ ਉਹਨੂੰ ਸਜ਼ਾ ਜਿਹੜੀ ਦੇਣੀ ਆ, ਉਹ ਇੱਕ ਮਿਸਾਲੀ ਸਜ਼ਾ ਚਾਹੀਦੀ ਹੈ ਵੀ ਜਿਹੜਾ ਦੂਜਾ ਬੰਦਾ ਕੋਈ ਬੇਅਦਬੀ ਕਰਨ ਲੱਗੇ, ਉਹਨੂੰ ਇਹ ਪਤਾ ਹੋਵੇ ਵੀ ਮੈਨੂੰ ਜਿਹੜਾ ਵਾ ਪਹਿਲਾਂ ਜਿਹਨੇ ਕੀਤੀ ਉਹਦੇ ਨਾਲ ਕੀ ਹੋਇਆ ਸੀ, ਕਿਸ ਤਰ੍ਹਾਂ ਉਹਨੂੰ ਸਜ਼ਾ ਮਿਲੀ ਹੈ, ਕਾਨੂੰਨ ਨੇ ਕਿਵੇਂ ਉਹਨੂੰ ਜਿਹੜਾ ਉਹਦੇ 'ਚ ਪਨਿਸ਼ ਕੀਤਾ ਵਾ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ, ਪਰ ਪਹਿਲਾਂ ਸਾਰੀ ਅਕਾਲੀ ਸਰਕਾਰ ਵੀ ਫੇਲ ਹੋਈ। ਉਸ ਤੋਂ ਬਾਅਦ 'ਚ ਅਮਰਿੰਦਰ ਗੌਰਮੈਂਟ ਵੇਲੇ ਬੜੇ ਵੱਡੇ ਦਾਅਵੇ ਕੀਤੇ ਗਏ। ਪਹਿਲਾਂ ਅਕਾਲੀ ਗੌਰਮੈਂਟ ਵੇਲੇ ਜਿਹੜੇ ਜਸਟਿਸ ਜੋਰਾ ਸਿੰਘ ਕਮਿਸ਼ਨ ਐਸਟੈਬਲਿਸ਼ ਕੀਤਾ ਸੀ 2015 'ਚ, ਉਹਨਾਂ ਦੀ ਇਨਕੁਆਇਰੀ ਰਿਪੋਰਟ ਆਈ। ਉਸ ਤੋਂ ਬਾਅਦ 'ਚ ਜਦੋਂ ਕਾਂਗਰਸ ਗੌਰਮੈਂਟ ਆਈ, ਇਹਨਾਂ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਜਿਹੜਾ ਬਣਾਇਆ। ਉਸ ਤੋਂ ਬਾਅਦ 'ਚ ਸਿੱਟ ਬਣੀ, ਪ੍ਰਮੋਦ ਕੁਮਾਰ ਉਹਨਾਂ ਜਿਹੜੇ ਡੀਜੀਪੀ ਸੀ, ਐਡੀਸ਼ਨਲ ਡੀਜੀਪੀ, ਉਹਨਾਂ ਦੇ ਥੱਲੇ। ਉਸ ਤੋਂ ਫਿਰ ਬਾਅਦ 'ਚ ਕੁੰਵਰ ਵਿਜੇ ਪ੍ਰਤਾਪ, ਅਰਨਪਾਲ ਸਿੰਘ, ਫਿਰ ਸਤਿੰਦਰ ਸਿੰਘ ਜਿਹੜੇ ਐਸਐਸਪੀ ਕਪੂਰਥਲਾ, ਸਾਰੇ ਉਹਦੇ ਮੈਂਬਰ ਸੀ। ਉਹਦੇ 'ਚ ਸਾਰੀਆਂ ਕਾਰਵਾਈਆਂ ਚੱਲਦੀਆਂ ਰਹੀਆਂ। ਜਿਹੜੀ ਬਾਈਬਲ ਕਲਾਂ ਤੇ ਕੋਟਕਪੁਰਾ ਗੋਲੀकांड ਹੋਇਆ ਸੀ, ਉਹਦੇ ਵਿੱਚ ਕਿਉਂਕਿ ਸਰਕਾਰ ਨੇ ਪਹਿਲੇ ਦਿਨ ਜਿਹੜੀ ਐਫਆਈਆਰ ਦਰਜ ਕੀਤੀ ਸੀ, ਉਹ ਸਿੱਖ ਜਥੇਬੰਦੀਆਂ ਦੇ ਜਿਹੜੇ ਨੁਮਾਇੰਦੇ ਸੀ ਉਹਨਾਂ 'ਤੇ ਕੀਤੀ ਸੀ। 307 ਦਾ ਅਟੈਂਪਟ ਟੂ ਮਰਡਰ, ਵੀ ਇਹਨਾਂ ਨੇ ਜਿਹੜਾ ਵਾ ਪੁਲਿਸ 'ਤੇ ਹਮਲਾ ਕਰਤਾ ਤੇ ਪੁਲਿਸ ਵਾਲੇ ਉਹਦੇ 'ਚ ਜ਼ਖਮੀ ਹੋਏ ਆ। ਫਿਰ ਉਹਦੇ 'ਚ ਇੱਕ ਜਿਹੜੀ ਇਨਕੁਆਇਰੀ ਆ, ਸਿੱਟ ਬਣਾਈ ਗਈ। ਸਿੱਟ ਦੇ ਹੈੱਡ ਹੀ ਮਿਸਟਰ ਸਹੋਤਾ, ਜਿਹੜੇ ਹੁਣ ਡੀਜੀਪੀ ਪੰਜਾਬ ਜਿਹੜੇ ਲੱਗੇ ਆ, ਇਕਬਾਲਪ੍ਰੀਤ ਸਿੰਘ ਸਹੋਤਾ। ਉਹਨਾਂ ਨੂੰ ਜਿਹੜਾ ਇਹਦੇ 'ਚ ਸਿੱਟ 'ਚ ਉਹਨਾਂ ਨੇ ਜਿਹੜਾ ਐਜ ਹੈੱਡ ਬਣਾਇਆ। ਤੇ ਜਿਹੜਾ ਸਭ ਤੋਂ ਪਹਿਲਾਂ ਸਿੱਟ ਸਾਹਿਬ, ਜਿਹੜੀ ਸਿੱਟ ਦੀ ਰਿਪੋਰਟ ਸੀ, ਉਹਦੇ 'ਤੇ ਐਫਆਈਆਰ ਦਰਜ ਹੁੰਦੀ ਹੈ। ਉਹ ਐਫਆਈਆਰ ਕੀ ਸੀ ਵੀ ਉੱਥੇ ਜਿਹੜਾ 2 ਨੌਜਵਾਨ ਜਿਹੜੇ ਉਹਨਾਂ ਦੇ ਗੋਲੀਆਂ ਲੱਗਣ ਨਾਲ ਮੌਤ ਹੋ ਗਈ ਹੈ, ਤੇ ਅਣਪਛਾਤੀ ਪੁਲਿਸ ਆ ਜਿਹਨੇ ਗੋਲੀਆਂ ਚਲਾਈਆਂ। ਮਤਲਬ ਸਹੋਤਾ ਸਾਹਿਬ ਦੀ ਰਿਪੋਰਟ 'ਤੇ ਹੀ ਉਹ ਐਫਆਈਆਰ ਜਿਹੜੀ ਹੈ ਦਰਜ ਹੋਈ ਸੀ। ਨਹੀਂ, ਰੁਪਿੰਦਰ ਹੋਣਾ 'ਤੇ ਨਹੀਂ। ਉਹ ਐਫਆਈਆਰ ਦਰਜ ਪੁਲਿਸ ਅਫਸਰਾਂ 'ਤੇ ਹੋਈ ਸੀ, ਪਰ ਪੁਲਿਸ ਅਫਸਰਾਂ ਦੇ ਬਾਈ ਨੇਮ ਨਹੀਂ ਹੋਈ। ਨੌਜਵਾਨ ਜਿਹੜੇ 2 ਜਿਹੜੇ ਉੱਥੇ ਸ਼ਹੀਦ ਹੋਏ ਸੀ ਗੋਲੀ ਦੇ ਨਾਲ, ਪੁਲਿਸ ਦੀ ਗੋਲੀ ਨਾਲ। ਉਸ ਤੋਂ ਬਾਅਦ 'ਚ ਜਿਹੜੀ ਇਹ ਅਕਾਲੀ ਗੌਰਮੈਂਟ ਵੇਲੇ ਵੀ ਉਹਦੇ 'ਚ ਜਿਹੜਾ ਚੱਲਦਾ ਰਿਹਾ। ਫਿਰ ਕਾਂਗਰਸ ਸਰਕਾਰ ਆ ਗਈ। ਫਿਰ ਹੁਣ ਆ ਕੇ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਇਹ, ਕਿਉਂਕਿ ਇਸੇ ਕਰਕੇ ਹੀ ਜਿਹੜੀ ਕੈਪਟਨ ਅਮਰਿੰਦਰ ਦੀ ਗੌਰਮੈਂਟ ਆਉਣ ਦਾ ਵੱਡਾ ਕਾਰਨ ਹੀ ਇਹ ਸਾਰੇ ਕੇਸ ਸੀ। ਤੇ ਹੁਣ ਜਦੋਂ ਆ ਕੇ ਦੁਬਾਰਾ ਕੈਪਟਨ ਅਮਰਿੰਦਰ ਨੇ ਵੀ ਕੁਝ ਨਹੀਂ ਕੀਤਾ, ਤੇ ਆਵਾਜ਼ਾਂ ਉਹਦੇ ਉਲਟ ਜਿਹੜੀਆਂ ਉੱਠਣੀਆਂ ਸ਼ੁਰੂ ਹੋ ਗਈਆਂ। ਖਾਸ ਕਰਕੇ ਸੁੱਖੀ ਰੰਧਾਵਾ ਜਾਂ ਨਵਜੋਤ ਸਿੰਘ ਸਿੱਧੂ, ਇਹਨਾਂ ਨੇ ਕਾਫੀ ਇਸ ਗੱਲ 'ਤੇ ਜਿਹੜਾ ਆਵਾਜ਼ ਉਠਾਈ। ਤੇ ਲੋਕਾਂ ਨੂੰ ਉਦੋਂ ਤੱਕ ਇਹ ਕਿਤੇ ਵੀ ਯਾਦ ਨਹੀਂ ਵੀ ਮਿਸਟਰ APS ਦਿਓਲ ਜਿਹੜੇ ਆ ਵੀ ਉਹਨਾਂ ਦੇ ਕੀ ਭੂਮਿਕਾ। ਕਿਉਂਕਿ ਐਜ ਵਕੀਲ, ਐਜ ਐਡਵੋਕੇਟ ਤੁਸੀਂ ਜਿਹੜਾ ਵਾ ਤੁਹਾਨੂੰ ਕੋਈ ਵੀ ਇੰਗੇਜ ਕਰ ਸਕਦਾ। ਤੁਹਾਡੀ ਕੰਪੀਟੈਂਸੀ ਹੋਣੀ ਚਾਹੀਦੀ ਹੈ। ਹਰ ਕ੍ਰਿਮੀਨਲ, ਭਾਵੇਂ ਕੋਈ ਚੋਰ ਆ, ਮਰਡਰਰ ਆ, ਕਿਸ ਤਰ੍ਹਾਂ ਉਹਦੇ ਕੋਲ ਲੀਗਲ ਜਿਹੜੀ ਉਹ ਰੈਮਡੀ ਹੈਗੀ ਆ, ਉਹਦਾ ਹੱਕ ਆ ਵੀ ਉਹ ਕਿਸੇ ਨੂੰ ਵੀ ਵਕੀਲ ਕਰ ਲੇ। ਇਸੇ ਤਰ੍ਹਾਂ ਸਮੇਤ ਸਿੰਘ ਸੈਣੀ ਨੇ ਜਿਹੜੇ ਉਹਦੇ 'ਤੇ ਬਾਈਬਲ ਕਲਾਂ ਦੇ ਤੇ ਕੋਟਕਪੁਰਾ ਗੋਲੀकांड ਵਾਲੇ ਕੇਸ 'ਚ ਉਹਨੂੰ ਦੋਸ਼ੀ ਬਣਾਇਆ ਗਿਆ ਸੀ। ਉਹਦੇ ਵਿੱਚ ਜਿਹੜਾ ਮਿਸਟਰ APS ਦਿਓਲ ਜਿਹੜੇ ਆ ਉਹਨਾਂ ਨੇ ਇੰਗੇਜ ਕੀਤਾ। ਉਹ ਸਾਰੀਆਂ ਪਟੀਸ਼ਨ 'ਚ ਉਹਨਾਂ ਦੀਆਂ APS ਦਿਓਲ ਹੀ ਪੇਸ਼ ਹੁੰਦੇ ਰਹੇ। ਜਿਹੜਾ ਪਰਮਰਾਜ ਉਮਰਾ ਨੰਗਲ ਸੀ, ਉਹ IG, ਜਿਹੜਾ ਉਸ ਟਾਈਮ 'ਤੇ ਮੌਕੇ 'ਤੇ ਮੌਜੂਦ ਸੀ ਜਦੋਂ ਇਹ ਗੋਲੀकांड 2015 'ਚ ਹੋਏ ਆ, ਉਹ ਵੀ ਇਸ ਕੇਸ 'ਚ ਜੇਲ੍ਹ 'ਚ ਗਏ। ਉਹਨਾਂ ਨੂੰ ਅਰੈਸਟ ਕਰ ਲਿਆ, ਸਿੱਟ ਨੇ ਜੇਲ੍ਹ 'ਚ ਗਏ। ਉਹਨਾਂ ਦੀ ਜ਼ਮਾਨਤ ਹੋਈ, ਉਹ ਜਿਹੜੀ ਜ਼ਮਾਨਤ ਵੀ ਕਰਾ ਕੇ ਦਿੱਤੀ ਮਿਸਟਰ APS ਦਿਓਲ ਨੇ ਕਰਾ ਕੇ ਦਿੱਤੀ। ਹੁਣ ਇਹ ਗੱਲ ਸਮਝਣ ਵਾਲੀ ਥੋੜੀ ਜਿਹੀ ਹੈ ਕਿ AG ਸੁਮੇਧ ਸਿੰਘ ਸੈਣੀ ਦੇ ਕੇਸ ਲੜਦੇ ਰਹੇ ਨੇ। ਇਹ ਚੀਜ਼ਾਂ ਲੋਕਾਂ ਨੂੰ ਹਜ਼ਮ ਨਹੀਂ ਹੋ ਰਹੀਆਂ, ਕਿਉਂਕਿ ਲੋਕਾਂ ਨੂੰ ਲੱਗਦਾ ਹੈ ਕਿ ਜਿਹੜਾ ਬੰਦਾ ਬਚਾਉਂਦਾ ਰਿਹਾ ਸੁਮੇਧ ਸਿੰਘ ਸੈਣੀ ਨੂੰ ਬੇਅਦਬੀਆਂ ਦੇ ਮਾਮਲੇ ਦੇ ਵਿੱਚ, ਉਹ ਬੰਦਾ ਕਿਸ ਤਰੀਕੇ ਦੇ ਨਾਲ ਪੰਜਾਬ ਨੂੰ ਇਨਸਾਫ ਦਿਵਾ ਸਕਦਾ। ਵੇਖੋ, ਪਹਿਲਾਂ ਜੇ ਵਕੀਲ ਐਜ ਵਕੀਲ ਮਿਸਟਰ APS ਦਿਓਲ ਦੀ ਗੱਲ ਕਰੀਏ, ਉਹ ਸੈਣੀ ਦੇ ਵਕੀਲ ਹੀ, ਉਹਨਾਂ ਨੂੰ ਜੋ ਉਹ ਆਪਣੇ ਕਲਾਇੰਟ ਲਈ ਕਰ ਸਕਦੇ ਉਹਨਾਂ ਕੀਤਾ ਹੋਊਗਾ। ਠੀਕ ਹੈ, ਉਹਦੇ ਵਿੱਚ ਉਹਨਾਂ ਨੂੰ ਜਿੱਤ ਪ੍ਰਾਪਤ ਹੋਈ। ਕਿਵੇਂ ਹੋਈ ਹੈ, ਇਹ ਕਈ ਚੀਜ਼ਾਂ ਜਿਹੜੀਆਂ ਬੈਕਗਰਾਊਂਡ ਜਿਹੜੀਆਂ ਹੈਗੀਆਂ ਵਾ ਵੀ ਕਿਵੇਂ ਆਮ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ, ਤੇ ਕਿਵੇਂ ਜੱਜ ਜਿਹੜੇ ਆ ਉਹ ਬਲੈਂਕਟ ਬੇਲ ਦਿੰਦੇ ਆ, ਕਿਵੇਂ ਉਸੇ ਦਿਨ ਹੀ ਰਿਕੁਐਸਟ ਕਰਕੇ ਕੇਸ ਫਿਕਸ ਹੁੰਦੇ ਆ, ਉਸੇ ਦਿਨ ਹੀ ਸੁਣਵਾਈ ਹੁੰਦੀ ਆ। ਬੰਦਾ ਅਰੈਸਟ ਕੀਤਾ ਵਾ ਤੇ ਉਹਨੂੰ ਉਸੇ ਦਿਨ ਰਿਲੀਜ਼ ਕਰਾਉਂਦੇ। ਔਰ ਉਹਨਾਂ ਕੋਲੇ ਸਿਰਫ ਇੱਕ ਹੀ ਕੇਸ ਜਿਹਦੇ ਰਿਲੇਟਡ ਉਹ ਪਕੜੇ ਜਾਂਦੇ ਨੇ, ਉਹਦੇ ਤੇ ਇਨਵੈਸਟੀਗੇਸ਼ਨ ਹੋ ਸਕਦੀ, ਦੂਜੇ ਤੇ ਉਹ ਕੁਐਸਚਨ ਵੀ ਨਹੀਂ ਪੁੱਛ ਸਕਦੇ। ਵੇਖੋ, ਤੁਸੀਂ ਇਹ ਕਿੱਡੀ ਹੈਰਾਨੀ ਦੀ ਗੱਲ ਹੈ ਵੀ ਤੁਸੀਂ ਇਹੋ ਜਿਹਾ ਇੱਕ ਆਰਡਰ ਆ ਜੇ ਹਾਈ ਕੋਰਟ ਤੋਂ ਵੀ ਤੁਸੀਂ ਉਹਨੂੰ 2022 ਇਲੈਕਸ਼ਨ ਤੱਕ ਉਹਨੂੰ ਪੁੱਛਗਿੱਛ ਨਹੀਂ ਕਰ ਸਕਦੇ। ਕਿੱਡੀ ਮਾੜੀ ਗੱਲ ਹੈ। ਤੁਸੀਂ ਇੱਕ ਕ੍ਰਿਮੀਨਲ ਬੰਦਾ ਵਾ, ਤੁਸੀਂ ਉਹਦਾ ਰਿਕਾਰਡ ਕੱਢ ਕੇ ਵੇਖੋ। ਉਹ ਹਾਈ ਕੋਰਟ ਦੇ ਜੱਜਾਂ ਨੂੰ ਡਰਾਉਂਦਾ, ਇਹ ਰਿਕਾਰਡ ਤੇ ਆ। ਉਹ ਹਾਈ ਕੋਰਟ ਦੇ ਜੱਜਾਂ ਨੂੰ ਬਰਾਈਬ ਕਰਦਾ, ਇਹ ਰਿਕਾਰਡ ਤੇ ਆ।
ਉਹ ਜਿਹੜੇ ਜੱਜਾਂ ਦੇ ਫੋਨ ਟੇਪ ਕਰਦਾ, ਜੀ ਚੀਫ ਜਸਟਿਸ ਨੇ ਚਿੱਠੀ ਲਿਖੀ, ਜੀ ਮਿਸਟਰ ਟੀ.ਐਸ. ਠਾਕਰ ਚੀਫ ਜਸਟਿਸ ਸੀ, ਉਹਨਾਂ ਨੇ ਚਿੱਠੀ ਲਿਖੀ ਚੀਫ ਜਸਟਿਸ ਆਫ ਇੰਡੀਆ ਨੂੰ ਵੀ ਇਹ ਐਜ਼ ਡਾਇਰੈਕਟਰ ਵਿਜੀਲੈਂਸ ਜਿਹੜਾ ਇਹ ਜੱਜਾਂ ਦੇ ਹਾਈ ਕੋਰਟ ਦੇ ਜੱਜਾਂ ਦੇ ਫੋਨ ਟੇਪ ਕਰਨ ਦੇ ਆ, ਇਹ ਕਿਵੇਂ ਕਰ ਸਕਦਾ, ਇਹਦੇ ਕੋਲ ਕੀ ਅਥਾਰਟੀ ਹੈ। ਉਸ ਬੰਦੇ ਨੂੰ ਤੁਸੀਂ ਜਿਹੜਾ ਵਾ ਬੈਨੀਫਿਟ ਦੇਂਦੇ ਜੇ। ਫਿਰ ਤੁਸੀਂ ਜਸਟਿਸ ਝਾਂਗੀ ਵਾਲੀ ਜਦੋਂ ਇਹਨੇ ਉਹਦੇ ਕੋਲ ਜਾ ਕੇ ਉਹਨੂੰ ਧਮਕਾਇਆ, ਫਿਰ ਤੁਸੀਂ ਜਿਹੜਾ ਮਿਸਟਰ ਵਾਲੀਆ ਵਾ ਇੱਕ ਕੈਟਰਰ, ਉਹਨਾਂ ਦੀ ਤੁਸੀਂ ਉਹਨਾਂ ਨੂੰ ਮਿਲੋ, ਉਹਨਾਂ ਤੋਂ ਐਵੀਡੈਂਸ ਵੇਖੋ, ਉਹਨਾਂ ਦੀ ਰਿਕਾਰਡਿੰਗ ਕੀਤੀਆਂ ਵੀ ਕਿਵੇਂ ਦਿੱਲੀ ਹਾਈ ਕੋਰਟ ਦੇ ਜੱਜ ਦੀ ਕਿਵੇਂ ਇਹਨੇ ਉਹਦੇ ਥਰੂ ਮੈਨੇਜ ਕੀਤਾ, ਉਹਨੂੰ ਕਿਵੇਂ ਉਹਨੂੰ ਡਰਾਇਆ, ਕਿਵੇਂ ਉਹਦੇ ਤੋਂ ਆਪਣਾ ਕੇਸ ਜਿਹੜਾ ਸੈਣੀ ਮੋਟਰ ਵਾਲਾ ਕਿਵੇਂ ਕੀਤਾ। ਫਿਰ ਤੁਸੀਂ ਇਹੋ ਜਿਹੇ ਬੰਦੇ ਨੂੰ ਜਿਹੜਾ ਜੱਜਾਂ ਨੂੰ ਡਰਾਉਂਦਾ ਵਾ, ਜੱਜਾਂ ਦੇ ਖਿਲਾਫ ਜਿਹੜਾ ਕਰਪਸ਼ਨ ਉਹਨਾਂ ਨੂੰ ਬਰਾਈਬ ਕਰਦਾ ਵਾ, ਫਿਰ ਕਿਵੇਂ ਉਹਨਾਂ ਨੂੰ ਆਪਣਾ ਉਹਨਾਂ ਦੇ ਫੋਨ ਟੇਪ ਕਰਦਾ ਵਾ, ਤੇ ਉਹਨੂੰ ਤੁਸੀਂ ਜਿਹੜਾ ਹਾਈ ਕੋਰਟ ਰਿਲੀਫ ਦੇਣ ਦਾ ਹੀ ਹੈ। ਮਤਲਬ ਸਭ ਤੋਂ ਤੁਸੀਂ ਇੱਕ ਕ੍ਰਿਮੀਨਲ ਬੰਦਾ ਨੂੰ ਜਿਹੜਾ ਆਪਣੇ ਅੰਡਰ ਰੱਖਦਾ ਹੈ ਔਰ ਉਸੇ ਨੂੰ ਹੀ ਜਿਹੜੀ ਬਿਲਕੁਲ ਕੰਪਨਸੇਸ਼ਨ ਮਿਲਦੀ ਜਿਹੜਾ ਇਹ ਕਈ ਕੇਸਾਂ 'ਚ ਨੇ ਬਹੁਤ ਜਿਹੜੇ ਇਹਦੇ ਹਿਊਮਨ ਰਾਈਟਸ ਦੀ ਜਿਹੜੀ ਯੂਐਨ ਉਹਦੀ ਜਿਹੜੀ ਉਹਨਾਂ ਦਾ ਵਿੰਗ ਆ, ਉਹਨਾਂ ਇਹਦੇ ਤੇ ਕਮੈਂਟ ਕੀਤਾ, ਕਦੀ ਕਿਸੇ ਅਫਸਰ ਤੇ ਨਹੀਂ ਕੀਤਾ। ਉਹਨਾਂ ਨੇ ਕਮੈਂਟ ਕੀਤਾ ਵੀ ਇੱਕ ਜਿਹੜਾ ਬੰਦਾ ਜਿਹਦੇ ਤੇ ਇੰਨਾ ਐਕਸਟਰਾ ਜੁਡੀਸ਼ੀਅਲ ਕਿਲਿੰਗ ਦੀਆਂ ਜਿਹੜੀਆਂ ਜਿਹਦੇ ਤੇ ਐਲੀਗੇਸ਼ਨ ਆ, ਉਹਨੂੰ ਤੁਸੀਂ ਡੀਜੀਪੀ ਪੰਜਾਬ ਬਣਾਇਆ, ਜਦੋਂ ਅਕਾਲੀ ਗੌਰਮੈਂਟ ਵੇਲੇ ਇਹਨੂੰ ਡੀਜੀਪੀ ਬਣਾਇਆ ਗਿਆ। ਫਿਰ ਇਹ ਸਾਰੀਆਂ ਗੱਲਾਂ ਦੇ ਬਾਵਜੂਦ ਇਹਨੂੰ ਇਹੋ ਜਿਹੇ ਰਿਲੀਫ ਮਿਲਨੇ, ਉਹਨੂੰ ਜਿਹੜੀ ਇੱਕ ਐਂਟੀਸਪੇਟਰੀ ਬੇਲ ਮਿਲਣੀ, ਇੱਕ ਬਲੈਂਕਟ ਬੇਲ ਮਿਲਣੀ, ਫਿਰ ਇਹੋ ਜਿਹਾ ਆਰਡਰ ਮਿਲ ਜਾਣਾ ਵੀ ਤੈਨੂੰ ਕੋਈ ਪੁੱਛ ਹੀ ਨਹੀਂ ਸਕਦਾ ਵੀ ਤੂੰ ਜੋ ਮਰਜ਼ੀ ਕਰ। ਤੁਸੀਂ ਜਿਹੜਾ ਇਹਦਾ WWICS ਵਾਲਾ ਕੇਸ ਹੈ ਕਰਪਸ਼ਨ ਦਾ, ਉਹਦੇ ਵਿੱਚ ਵੇਖੋ ਵੀ ਕਿਵੇਂ 7 ਕਰੋੜ ਰੁਪਈਆ ਇਹਦੇ ਅਕਾਊਂਟ 'ਚੋਂ ਜਿਹੜਾ ਓਨਰ ਦੇ ਅਕਾਊਂਟ 'ਚ ਗਿਆ ਵਾ। ਤੁਸੀਂ ਉਹ ਟ੍ਰਾਂਜੈਕਸ਼ਨ ਵੇਖੋ, ਤੁਹਾਨੂੰ ਕੋਈ ਪੁੱਛੂਗਾ ਨਹੀਂ। ਤੁਸੀਂ ਸਰਵਿਸ ਕਰ ਰਹੇ ਡੀਜੀਪੀ ਆ, ਹੋਰ ਵੀ ਡੀਜੀਪੀ ਪੰਜਾਬ 'ਚ 7 ਡੀਜੀਪੀ ਆ, ਉਹਨਾਂ ਦੇ ਤੁਸੀਂ ਵੇਖੋ ਵੀ ਉਹਨਾਂ ਦੀ ਤੁਹਾਡੀ ਸੈਲਰੀ ਆ 1.25 ਲੱਖ ਰੁਪਈਆ। ਇੱਕ ਬੰਦੇ ਦੇ ਅਕਾਊਂਟ ਵਿੱਚ ਜੇ ਅਸੀਂ ਆਮ ਬੰਦੇ ਦੀ ਕਾਮਨ ਬੰਦੇ ਦੀ ਗੱਲ ਕਰਦੇ ਹਾਂ ਤਾਂ 1 ਲੱਖ ਪਰ ਮੰਥ ਜੇ ਆਉਂਦਾ ਹੈ, 12 ਮਹੀਨੇ ਆ ਜੀ, 10 ਮਹੀਨੇ ਆ ਜੇ, ਤਾਂ ਉਸੇ ਵੇਲੇ ਜਿਹੜੇ ਆ ਉਹਨੂੰ ਈਡੀ ਜਿਹੜੀ ਆ ਉਹ ਕਾਲ ਕਰਦੀ ਆ ਜਾਂ ਮੈਸੇਜ ਕਰਦੀ ਆ, ਉਹਦੀ ਇਨਵੈਸਟੀਗੇਸ਼ਨ ਹੁੰਦੀ ਆ। ਤਾਂ ਇੱਥੇ ਕੀ ਅਜਿਹਾ ਕਿਉਂ ਹੋਇਆ? ਵੇਖੋ ਇਹਨਾਂ ਨੇ ਜਿਹੜੀ ਇੱਕ ਪੰਜਾਬ 'ਚ ਜਿਹੜਾ ਇਹ 90s 'ਚ ਜਿਹੜਾ ਸਾਰਾ ਮਿਲੀਟੈਂਸੀ ਪੀਰੀਅਡ ਸੀ, ਉਹਦੇ ਵਿੱਚ ਇੱਕ ਹਿਡਨ ਏਜੰਡਾ ਹੈ ਵੀ ਜਿਹੜਾ ਪੰਜਾਬ 'ਚ ਜਿਹੜਾ ਇਹਨੂੰ ਮਾਹੌਲ ਨੂੰ ਠੀਕ ਕਰਨ ਦੇ ਨਾਂ 'ਤੇ ਉਹਦੇ ਵਿੱਚ ਜਾਤੀਆਂ ਵੀ ਹੋਈਆਂ, ਸਿੱਖ ਨੌਜਵਾਨਾਂ ਨੂੰ ਮਾਰਿਆ ਗਿਆ ਜਿਨ੍ਹਾਂ ਦਾ ਕੋਈ ਕਸੂਰ ਨਹੀਂ, ਉਹਨਾਂ ਨੂੰ ਵੀ ਉਹਦੇ ਵਿੱਚ ਹਜ਼ਾਰਾਂ ਜਿਹੜੀਆਂ ਅਣਪਛਾਤੀ ਲਾਸ਼ਾਂ ਕਹਿ ਕੇ ਸੰਸਕਾਰ ਕਰਤੇ ਗਏ। ਬਹੁਤ ਸਾਰੇ ਨੌਜਵਾਨ ਸੀ ਜਿਨ੍ਹਾਂ ਦੀਆਂ ਲਾਸ਼ਾਂ ਲੱਭੀਆਂ ਹੀ ਨਹੀਂ ਗਈਆਂ। ਇਹ ਉਹ ਟੀਮ ਸੀ ਜਿਹੜੀ ਸਮੇਤ ਸੈਣੀ ਵਾਲੀ, ਹਜ਼ਾਰ ਆਲਮ, ਜਿਹੜਾ ਕੁਲਤਾਰ ਸਿੰਘ ਜਾਂ ਅਜੀਤ ਸਿੰਘ ਸੰਧੂ, ਇਹ ਸਾਰੀ ਉਹ ਟੀਮ ਸੀ ਜਿਨ੍ਹਾਂ ਨੇ ਇਹ ਸਾਰੇ ਕੰਮ ਕੀਤੇ ਸੀ। ਅਤੇ ਸਾਨੂੰ ਲੱਗਦਾ ਵੀ ਜਿਹੜਾ ਸੈਣੀ ਦਾ ਵੀ ਸਾਰਾ ਜਿਹੜਾ ਇਹਦਾ ਬਚਾਅ ਇਸੇ ਕਰਕੇ ਹੋ ਰਿਹਾ ਵੀ ਇਹਦੀ ਜਿਹੜੀ ਪਿੱਛੇ ਜਿਹੜੀ ਇਹਦੀ ਟੀਮ ਹੈ, ਜਿਹੜੀ ਇਹਦੀ ਸੈਂਟਰ ਗੌਰਮੈਂਟ 'ਚ ਜਿਹੜੀਆਂ ਏਜੰਸੀਜ਼ ਆ, ਉਹ ਚਾਹੁੰਦੀਆਂ ਵਾ ਵੀ ਇਹਨੂੰ ਬਚਾ ਕੇ ਰੱਖੀ। ਉਹਦਾ ਇੱਕ ਕੰਮ ਹੋਰ ਵੀ ਹੁੰਦਾ ਵੀ ਤੁਸੀਂ ਰੋਸ ਪੈਦਾ ਕਰਨਾ। ਉਹ ਚਾਹੁੰਦੇ ਵੀ ਸਿੱਖਾਂ 'ਚ ਅੱਜ ਫਿਰ ਰੋਸ ਪੈਦਾ ਹੋਵੇ, ਕਿਉਂਕਿ ਸੈਂਟਰ ਕਦੇ ਵੀ ਨਹੀਂ ਚਾਹੁੰਦਾ ਵੀ ਪੰਜਾਬ ਦਾ ਮਾਹੌਲ ਠੀਕ ਰਹੇ। ਉਹ ਹਮੇਸ਼ਾ ਤੁਹਾਡੀ ਦੁੱਖ ਦੀ ਰਗ 'ਤੇ ਜਿਹੜਾ ਉਹ ਹੱਥ ਰੱਖੂਗਾ, ਤੁਹਾਨੂੰ 84 ਦਾ ਇਨਸਾਫ ਨਹੀਂ ਦੇਣ ਦੇਊਗਾ, ਤੁਹਾਨੂੰ ਬਲੂ ਸਟਾਰ ਆਪਰੇਸ਼ਨ ਦੀਆਂ ਗੱਲਾਂ ਜਿਹੜੀਆਂ ਉਹ ਨਹੀਂ, ਤੁਹਾਡਾ ਜਿੰਨਾ ਲਿਟਰੇਚਰ ਇੱਥੋਂ ਚੁੱਕਿਆ ਉਹ ਨਹੀਂ ਤੁਹਾਨੂੰ ਦੇਣ ਦੇਊਗਾ। ਫਿਰ ਜਿੰਨੇ ਕੇਸਾਂ 'ਚ ਜਿਹੜੇ ਨੌਜਵਾਨ ਮਾਰੇ ਆ, ਉਹਨਾਂ ਸਾਰੇ ਕੇਸਾਂ 'ਚ ਤੁਸੀਂ ਇਨਸਾਫ ਨਹੀਂ ਮਿਲੂਗਾ, ਅਤੇ ਜਿਹੜੇ ਅਗਲੀ ਜਨਰੇਸ਼ਨ ਉਹ ਸੋਚੂਗੀ ਵੀ ਸਿੱਖਾਂ ਨਾਲ ਬਹੁਤ ਜ਼ਿਆਦਤੀ ਹੋਈ ਹੈ। ਆਪਾਂ ਵੇਖਦੇ ਹਾਂ ਪ੍ਰੋਟੈਸਟ ਜਦੋਂ ਹੁੰਦੇ ਅਮਰੀਕਾ, ਕੈਨੇਡਾ ਜਾਂ ਯੂਰਪ 'ਚ ਪ੍ਰੋਟੈਸਟ ਹੁੰਦੇ ਆ, ਇੱਕ ਵੱਡਾ ਇਸ਼ੂ ਇਹ ਵੀ 84 ਦੇ ਕੇਸਾਂ ਦਾ ਕੀ ਬਣਿਆ ਜਿਹੜੇ ਉਦੋਂ ਕਤਲੋਗਾਰਤ ਹੋਈ ਹੈ। ਠੀਕ ਹੈ, ਇਹ ਸਾਰੀਆਂ ਚੀਜ਼ਾਂ ਉਹਦਾ ਹਿੱਸਾ। ਜਿਹੜਾ ਸੈਣੀ ਨੂੰ ਵੀ ਸਪੋਰਟ ਕਰਨ ਦਾ ਇੱਕ ਇਹ ਵੀ ਕਾਰਨ ਹੈਗਾ ਵੀ ਲੋਕਾਂ 'ਚ ਰੋਸ ਜਾਗੇ। ਉਹ ਰੋਸ ਦਾ ਇਹ ਫਾਇਦਾ ਹੁੰਦਾ ਵੀ ਨੌਜਵਾਨ ਆਪਣੇ ਫੇਸਬੁੱਕ ਜਾਂ ਸੋਸ਼ਲ ਮੀਡੀਆ 'ਤੇ ਜਿਹੜੇ ਕੰਟੈਕਟ ਕਰਦੇ ਆ, ਉਹ ਫਿਰ ਪਿਛਲੀ ਟੀਮ ਜਿਹੜੀ ਗੌਰਮੈਂਟ ਦੀ ਪਿਛਲੀ ਟੀਮ ਆ ਉਹ ਆਉਂਦੀ ਆ, ਆਪਣੇ ਹਥਿਆਰ ਦੱਬਦੀ ਆ, ਇਹ ਚੁੱਕਣ ਜਾਂਦੇ ਆ, ਉੱਥੇ ਫੜੇ ਜਾਂਦੇ ਆ। ਫਿਰ ਗੌਰਮੈਂਟ ਦਾ ਜਿਹੜਾ ਹਿਡਨ ਏਜੰਡਾ ਜਿਹੜਾ ਹੁੰਦਾ ਵਾ, ਉਹ ਇਹਦੇ 'ਚ ਉਹਨਾਂ ਦਾ ਜਿਹੜਾ ਵਾ ਇਹ ਉਹਦੀ ਪੂਰਤੀ ਕਰਦੇ। ਸਵਾਲ ਫਿਰ ਸਾਡਾ ਇਹੀ ਹੈ ਕਿ ਕੀ ਏਜੀ ਸਾਹਿਬ ਪੰਜਾਬ ਨੂੰ ਇਨਸਾਫ ਦਿਵਾ ਪਾਉਣਗੇ? ਜਿਹੜੀ ਪੋਸਟ 'ਤੇ ਉਹ ਬੈਠ ਗਏ ਨੇ ਔਰ ਜਿਹੜਾ ਕੰਮ ਉਹ ਪਹਿਲਾਂ ਕਰਦੇ ਰਹੇ ਨੇ, ਇਸ ਹਿਸਾਬ ਨਾਲ ਵੇਖੋ, ਪਹਿਲੀ ਗੱਲ ਐਜ ਲਾਇਰ ਐਡਵੋਕੇਟ, ਤੁਸੀਂ ਕਿਸੇ ਨੂੰ ਸੁਣ ਲਿਆ ਕਿਸੇ ਦੇ ਕੇਸ ਬਾਰੇ, ਜੇ ਤੁਸੀਂ ਸੁਣ ਵੀ ਲਿਆ, ਉਹਨੇ ਭਾਵੇਂ ਤੁਹਾਨੂੰ ਨਹੀਂ ਵੀ ਇੰਗੇਜ ਕੀਤਾ, ਤੁਸੀਂ ਉਹਦੇ ਆਪੋਜਿਟ ਕੇਸ ਨਹੀਂ ਲੈ ਸਕਦੇ। ਇਹ ਪ੍ਰੋਫੈਸ਼ਨਲ ਐਥਿਕਸ ਜਿਹੜੇ ਆ ਨਾ ਉਹ ਇਹ ਕਹਿੰਦੇ ਆ, ਐਡਵੋਕੇਟ ਐਕਟ ਵੀ ਇਹੋ ਕਹਿੰਦਾ। ਦੂਸਰੀ ਗੱਲ ਆ ਗਈ ਵੀ ਜਿਹੜਾ ਇੱਕ ਤੁਸੀਂ ਕੇਸ ਕਿਸੇ ਦਾ ਲੜ ਲਿਆ, ਇਹ ਤਾਂ ਮੈਂ ਤੁਹਾਨੂੰ ਗੱਲ ਕਰਦਾ ਵੀ ਜੇ ਤੁਸੀਂ ਸੁਣ ਵੀ ਲਿਆ ਤਾਂ ਵੀ ਨਹੀਂ ਲੈ ਸਕਦੇ ਆਪੋਜਿਟ ਸਾਈਡ। ਤੇ ਇੱਥੇ ਤੁਸੀਂ ਕੇਸ ਲੜਿਆ, ਉਹਨਾਂ ਨੂੰ ਬਚਾਇਆ, ਤੁਹਾਨੂੰ ਸਾਰੇ ਇੰਟਰਨਲ ਉਹਨਾਂ ਦੇ ਜਿਹੜੇ ਵਿੱਚ ਜਿਹੜੀਆਂ ਘੁੰਡੀਆਂ ਵਾ, ਜਿਹੜਾ ਐਵੀਡੈਂਸ ਉਹ ਸਾਰਾ ਪਤਾ ਵਾ, ਇੱਕ ਸਾਈਡ ਦਾ ਸਾਰਾ ਪਤਾ ਵਾ। ਹੁਣ ਤੁਸੀਂ ਸਰਕਾਰ ਵੱਲੋਂ ਐਡਵੋਕੇਟ ਜਨਰਲ ਬਣ ਗਏ। ਜਿਹੜੇ ਪਹਿਲੇ ਕੇਸ ਸੀ ਉਹ ਹੈਗੇ ਸਮੇਤ ਸਿੰਘ ਸੈਣੀ ਵਰਸਸ ਸਟੇਟ ਆਫ ਪੰਜਾਬ, ਪਰਮਰਾਜ ਉਮਰਾ ਨੰਗਲ ਵਰਸਸ ਸਟੇਟ ਆਫ ਪੰਜਾਬ, ਮਤਲਬ ਇਹ ਹੀ ਕੇਸ। ਹੁਣ ਤੁਸੀਂ ਜਦੋਂ ਹੁਣ ਜਾਓਗੇ ਸਟੇਟ ਆਫ ਪੰਜਾਬ ਵਰਸਸ ਸਮੇਤ ਸਿੰਘ ਸੈਣੀ ਜਾਂ ਸਟੇਟ ਆਫ ਪੰਜਾਬ ਵਰਸਸ ਪਰਮਰਾਜ ਉਮਰਾ ਨੰਗਲ, ਤੁਸੀਂ ਉਹਨਾਂ ਕੇਸਾਂ 'ਚ ਪੇਸ਼ ਹੀ ਨਹੀਂ ਹੋ ਸਕਦੇ। ਅਤੇ ਜੇ ਤੁਸੀਂ ਪੇਸ਼ ਹੋਵੋਗੇ, ਈਵਨ ਕਿ ਤੁਹਾਡਾ ਲਾਇਸੈਂਸ ਕੈਂਸਲ ਹੋ ਸਕਦਾ ਵਾ, ਜਿਹੜਾ ਤੁਹਾਨੂੰ ਲਾਇਸੈਂਸ ਦਿੱਤਾ ਪ੍ਰੈਕਟਿਸ ਦਾ। ਜੇ ਤੁਸੀਂ ਆਪੋਜਿਟ ਸਾਈਡ 'ਤੇ ਪੇਸ਼ ਹੁੰਦੇ ਜੇ
ਤੁਸੀਂ ਉਹਦੇ 'ਚ ਪੇਸ਼ ਨਹੀਂ ਹੋ ਸਕਦੇ। ਜੇ ਪੇਸ਼ ਹੋਗੇ ਤੁਹਾਡਾ ਲਾਇਸੈਂਸ ਕੈਂਸਲ ਹੋ ਸਕਦਾ। ਇਹ ਪ੍ਰੋਫੈਸ਼ਨਲ ਐਥਿਕਸ ਦੇ ਉਲਟ ਆ ਤੇ ਇਸ ਕਰਕੇ ਮੈਨੂੰ ਲੱਗਦਾ ਨਹੀਂਗਾ ਵੀ ਮਿਸਟਰ ਏਪੀਐਸ ਦਿਓਲ ਜਿਹੜੇ ਆ ਸੀਨੀਅਰ ਵਕੀਲ ਆ ਉਹ ਇਹੋ ਜਿਹੀ ਗਲਤੀ ਕਰਨਗੇ। ਐਡਵੋਕੇਟ ਜਨਰਲ ਬਣਨਾ ਹੋਰ ਗੱਲ ਆ, ਪਰ ਇਹਨਾਂ ਕੇਸਾਂ 'ਚ ਸਿੱਧੀ ਉਹਨਾਂ ਦੀ ਕੋਈ ਸ਼ਮੂਲੀਅਤ ਮੈਨੂੰ ਲੱਗਦਾ ਵੀ ਉਹ ਇਹਨਾਂ ਦਾ ਆਪਣਾ ਕੈਰੀਅਰ ਖਤਮ ਕਰ ਦੂਗੀ। ਸੋ ਮੁੱਖ ਦੀ ਗੱਲ ਇਹ ਹੈ ਕਿ ਜੇਕਰ ਏਜੀ ਸਾਹਿਬ ਕੇਸ ਲੜਦੇ ਨੇ ਪੰਜਾਬ ਦੀ ਤਰਫੋਂ ਤਾਂ ਕਿਤੇ ਨਾ ਕਿਤੇ ਐਥਿਕਸ ਇਹ ਕਹਿੰਦੇ ਨੇ ਕਿ ਉਹਨਾਂ ਦਾ ਲਾਇਸੈਂਸ ਜਿਹੜਾ ਉਹ ਰੱਦ ਹੋ ਸਕਦਾ ਹੈ। ਸੋ ਹੁਣ ਸਰਕਾਰ ਨੇ ਕੀ ਸੋਚ ਕੇ ਉਹਨਾਂ ਨੂੰ ਏਜੀ ਬਣਾਇਆ ਹੈ, ਕਿਸ ਹਿਸਾਬ ਨਾਲ ਜਿਹੜੇ ਨੇ ਪੰਜਾਬ ਦੇ ਮੁੱਦੇ ਇਹਨਾਂ ਦੇ ਅੱਗੇ ਧਰੇ ਜਾਣੇ ਨੇ, ਕਿਉਂਕਿ ਮੇਨ ਮੁੱਦੇ ਸੀਗੇ ਨਸ਼ੇ ਦੇ, ਬੇਅਦਬੀਆਂ ਦੇ ਔਰ ਮਾਈਨਿੰਗ ਦੇ। ਜੇ ਅਸੀਂ ਗੱਲ ਕਰਦੇ ਹਾਂ ਤੇ ਸੁਮੇਧ ਸਿੰਘ ਸੈਣੀ ਬਹੁਤ ਸਾਰੀ ਕੇਸਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਇਹ ਏਜੀ ਸਾਹਿਬ ਸੁਮੇਧ ਸਿੰਘ ਸੈਣੀ ਹੁਣਾਂ ਦੇ ਕੇਸ ਲੜ ਚੁੱਕੇ ਨੇ ਔਰ ਹੁਣ ਪੰਜਾਬ ਦੇ ਮੁੱਦੇ ਨੂੰ ਲੈ ਕੇ ਸੁਮੇਧ ਸਿੰਘ ਸੈਣੀ ਦੇ ਖਿਲਾਫ ਕਿਵੇਂ ਖੜੇ ਹੋ ਸਕਦੇ ਨੇ। ਸੋ ਆਉਣ ਵਾਲਾ ਸਮਾਂ ਦੱਸੇਗਾ ਕਿ ਸਰਕਾਰ ਨੇ, ਪੰਜਾਬ ਸਰਕਾਰ ਨੇ ਕੀ ਸੋਚਿਆ ਹੈ ਔਰ ਕਿਸ ਤਰੀਕੇ ਦੇ ਨਾਲ ਕੰਮ ਲੈਣੇ ਨੇ। ਤੁਸੀਂ ਦੇਖਦੇ ਰਹੋ KTV UK ਤੇ ਤੁਹਾਨੂੰ ਅਸੀਂ ਗੱਲਬਾਤ ਦੇ ਜ਼ਰੀਏ ਜ਼ਰੂਰ ਦੱਸਦੇ ਰਹਾਂਗੇ ਕਿ ਏਜੀ ਸਾਹਿਬ ਕਿੰਨਾ ਸਮਾਂ ਟਿਕਦੇ ਨੇ ਔਰ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਕੇਸ ਹੈਂਡਲ ਕਰਦੇ ਨੇ।